जो सरकारी जमीन है उसको हैंडल किया जा रहा है। वो क्या होता है, वहाँ पैसा लेकर जाता है और वहाँ पैसा नहीं होता तो सामने हमारे सामने इलाका पूरी गंदगी जो पानी पोटी वगैरह बाथरूम वगैरह तक वहाँ पर लेते हैं। बहुत बड़ा मसला है, इसके ऊपर थोड़ा तवज्जो दिया जाए। और मैं ये चाहूँगा कि मतलब हमारे दो निकास हैं, जो एग्जिट पॉइंट हैं, तो दोनों की तरफ अंदर एंट्री करते हैं उसके राइट साइड में बिल्कुल ही मतलब बहुत ज़्यादा गंदगी होती है। उसमें क्या देखो, मैं ਜਦੋਂ ਦਾ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਵਕਫ ਬੋਰਡ ਦੇ ਐਡਮਿਨਿਸਟ੍ਰੇਟਰ ਦੀ, ਤੇ ਮੈਂ ਕੋਸ਼ਿਸ਼ ਕਰ ਰਿਹਾ ਹੈਗਾ ਕਿ ਸ਼ਹਿਰ ਜਾ ਕਰਕੇ ਉੱਥੇ ਜਿਹੜੀ ਮੁਸਲਿਮ ਡਾਇਸਪੋਰਾ ਹੈਗਾ, ਜਿਹੜੇ ਲੋਕੀ ਹੈਗੇ ਨੇ, ਉਹਨਾਂ ਦੀ ਮਸਜਿਦਾਂ ਦੇ ਮਸਲੇ ਨੇ, ਉਹਨਾਂ ਦੇ ਮਸਲੇ ਜਿਹੜੇ ਇਮਾਮਾਂ ਦੀ ਤਨਖਾਹਾਂ ਤੇ ਬਾਕੀ ਹੋਰ ਜਿਹੜੇ ਅਦਾਰੇ ਵਕਫ ਬੋਰਡ ਦੇ ਅੰਡਰ ਚੱਲਦੇ ਨੇ, ਉਹਨੂੰ ਦੇਖਿਆ ਜਾਵੇ ਚੰਗੇ ਤਰੀਕੇ ਨਾਲ। ਦੂਜੀ ਗੱਲ, ਸਾਡੇ ਆਪਣੇ ਲੈਸੀਜ਼ ਦਾ ਇਸ਼ੂ ਹੈਗਾ ਕਿ ਜਿਹੜੇ ਲੈਸੀਜ਼ ਸਾਡੇ ਹੈਗੇ ਨੇ ਉਹਨਾਂ ਦੀ ਪਰੇਸ਼ਾਨੀਆਂ ਦੇਖੀਆਂ ਜਾਣ। ਇਹ ਤੋਂ ਇਲਾਵਾ ਜਿਹੜੀ ਨਜਾਇਜ਼ ਕਬਜ਼ੇ 'ਚ ਸਾਡੀ ਜ਼ਮੀਨਾਂ ਹੈਗੀਆਂ ਉਹਦੇ ਬਾਰੇ ਤਸਫੀਆ ਕੀਤਾ ਜਾਵੇ। ਸਾਡੇ ਵੱਲੋਂ ਐਫਰਟ ਇਹ ਕੀਤਾ ਜਾ ਰਿਹਾ ਹੈਗਾ ਕਿ ਜਿਹੜੇ ਬੰਦੇ ਜਿਨ੍ਹਾਂ ਨੇ ਬਹੁਤ ਸਮਾਂ ਤੋਂ ਵਕਫ ਬੋਰਡ ਦੀ ਜ਼ਮੀਨ ਤੇ ਕਾਬਿਜ਼ ਨੇ ਤੇ ਉਹਨਾਂ ਨੇ ਕੋਈ ਕਿਰਾਇਆ ਵਗੈਰਾ ਨਹੀਂ ਦਿੱਤਾ ਗਿਆ, ਉਹਨਾਂ ਵੱਲੋਂ ਮੇਰੇ ਵੱਲੋਂ ਉਹਨਾਂ ਤੋਂ ਇਹ ਅਪੀਲ ਹੈਗੀ ਕਿ ਉਹ ਇਹਦੇ ਵਿੱਚ ਆਪਣੇ ਜਿਹੜੇ ਡਿਊਜ਼ ਹੈਗੇ ਉਹ ਕਲੀਅਰ ਕਰਕੇ ਇਹਦੇ ਵਿੱਚ ਲੈਸੀ ਹੋ ਜਾਣ। ਜੇ ਨਹੀਂ ਹੋਗਾ ਤਾਂ ਸਰਕਾਰ ਦੀ ਵੀ ਨੀਅਤ ਜਿਹੜੀ ਪੋਲਿਸੀ ਹੈਗੀ ਉਹਦੇ ਮੁਤਾਬਿਕ ਆਪਾਂ ਜਿਹੜੀ ਵਕਫ ਬੋਰਡ ਦੀ ਪ੍ਰਾਪਰਟੀ ਹੈਗੀ ਉਹ ਸਰਕਾਰੀ ਪ੍ਰਾਪਰਟੀ ਹੈਗੀ ਤਾਂ ਉਹਨੂੰ ਆਪਾਂ ਜਿਹੜਾ ਹੈਗਾ ਸਰਕਾਰੀ ਤਰੀਕੇ ਨਾਲ ਆਜ਼ਾਦ ਕਰਾਵਾਂਗੇ। ਤੇ ਲੋਕਾਂ ਦਾ ਸਭ ਤੋਂ ਪਹਿਲੇ ਇਹ ਸਵਾਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਵਕਫ ਬੋਰਡ ਨੇ ਕਦੀ ਆ ਕੇ ਉਹਨਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਆਪਣਾ ਕਿਰਾਇਆ ਦਿੱਤਾ, ਜਾਂ ਹਰ ਸਾਲ ਦੇ ਹਿਸਾਬ ਨਾਲ ਜਾਂ 10 ਸਾਲ ਦੇ ਹਿਸਾਬ ਨਾਲ ਕਿਤੇ ਵੇਲੇ ਵੀ ਵਕਫ ਬੋਰਡ ਨਹੀਂ ਪਹੁੰਚਿਆ। ਹੁਣ ਅੱਜ ਇੰਨੇ ਸਾਲਾਂ ਬਾਅਦ ਉਹਨਾਂ ਨੂੰ ਵਕਫ ਬੋਰਡ ਆ ਕੇ ਕਹਿੰਦਾ ਇਹਦਾ ਕਿਰਾਇਆ ਦਿਓ। ਉਹ ਕਹਿੰਦੇ ਜਦੋਂ ਅਸੀਂ ਇਹਨੂੰ ਖਰੀਦਿਆ ਸੀ ਅਸੀਂ ਉਹਦੀ ਕੀਮਤ ਅਦਾ ਕਰਤੀ ਸੀ, ਤਾਂ ਹੁਣ ਅਸੀਂ ਕਿਰਾਇਆ ਕਿਸ ਚੀਜ਼ ਦਾ ਦਈਏ? ਤੇ ਜਿਹੜੇ ਲੋਕਾਂ ਨੇ ਇਹਨੂੰ ਖਰੀਦਿਆ ਸੀ ਸਭ ਤੋਂ ਪਹਿਲੇ ਇਹ ਉਹਨਾਂ ਕੋਲ ਟੈਕਸ ਹੋਣਾ ਚਾਹੀਦਾ ਜਾਂ ਉਹਨਾਂ ਕੋਲ ਕਿਰਾਇਆ ਲੈਣਾ ਚਾਹੀਦਾ ਸੀ ਵਕਫ ਬੋਰਡ ਨੂੰ, ਜਾਂ ਵਕਫ ਬੋਰਡ ਨੂੰ ਇਹ ਲਿਖ ਕੇ ਦੇਣਾ ਚਾਹੀਦਾ ਕਿ ਤੁਸੀਂ ਇਹਦਾ ਕਿਰਾਇਆ ਦੇਵੋਗੇ। ਪਹਿਲੀ ਗੱਲ ਤਾਂ ਇਹ ਹੈ ਕਿ ਵਕਫ ਬੋਰਡ ਦੀ ਕਿਸੇ ਜ਼ਮੀਨ ਦੀ ਕੋਈ ਰਜਿਸਟਰੀ ਨਹੀਂ ਹੋ ਸਕਦੀ, ਤੇ ਜਿਹੜੇ ਬੰਦੇ ਉੱਥੇ ਬੈਠੇ ਹੋਣਗੇ ਜਾਂ ਉਹਨਾਂ ਨੇ ਕੁਝ ਕੀਤਾ ਹੋਣਾ ਜਾਂ ਮਕਾਨ ਬਣਾਏ ਹੋਣਗੇ, ਵਕਫ ਬੋਰਡ ਅੰਡਰ ਸਟਾਫਡ ਸੀਗਾ, ਇਹਦੇ ਕੋਲ ਆਪਣੇ ਬੰਦੇ ਵੀ ਬਹੁਤ ਪੂਰੇ ਤਰੀਕੇ ਨਾਲ ਨਹੀਂ ਸੀਗੇ, ਜਿਹਦੇ ਕਰਕੇ ਜਿੰਨੀ ਜ਼ਮੀਨਾਂ ਇਹਦੇ ਫੈਲੀਆਂ ਸੀਗੀਆਂ ਉਹਦੇ ਸਾਰੇ ਜਿਹੜੀ ਚੀਜ਼ਾਂ ਹੈਗੀਆਂ ਉਹਦਾ ਤਸਫੀਆ ਕਰਨਾ, ਉਹਨੂੰ ਐਕੂਮੂਲੇਟ ਕਰਨਾ, ਦੇਖਣਾ, ਉਹ ਵਕਫ ਬੋਰਡ ਲਈ ਪੋਸੀਬਲ ਨਹੀਂ ਸੀ। ਪਿਛਲੇ ਦਿਨਾਂ ਸਰਕਾਰ ਵੱਲੋਂ ਇੰਪਲੋਈਜ਼ ਪ੍ਰੋਵਾਈਡ ਕੀਤੇ ਗਏ, ਨਵੀਆਂ ਭਰਤੀਆਂ ਕੀਤੀਆਂ ਗਈਆਂ, ਉਦੋਂ ਬਾਅਦ ਜਿਹੜੀ ਪ੍ਰਾਪਰਟੀਜ਼ ਹੈਗੀ ਈਵਨ ਸਰਕਾਰ ਵੱਲੋਂ ਜੀਓ ਟੈਗਿੰਗ ਕਰਾਈ ਗਈ ਹੈਗੀ। ਜਿਹੜਾ ਪਾਰਲੀਮੈਂਟ ਦਾ ਐਕਟ ਹੈਗਾ ਉਹਦੇ ਮੁਤਾਬਿਕ ਸਰਕਾਰ ਦੇ ਲੈਵਲ ਤੇ ਪ੍ਰੋਜੈਕਟ ਕਰਕੇ ਜਿੰਨੀ ਵੀ ਵਕਫ ਦੀ ਪ੍ਰਾਪਰਟੀ ਹੈਗੀ ਉਹਦੇ ਗਜ਼ਟ ਨੋਟੀਫਿਕੇਸ਼ਨ ਜਿਹੜੇ ਹੈਗੇ ਨੇ ਉਹਦੇ ਮੁਤਾਬਿਕ ਉਹਨੂੰ ਆਇਡੈਂਟੀਫਾਈ ਕੀਤਾ ਗਿਆ ਹੋਇਆ। ਇਹ ਜਿਹੜੀ ਚੀਜ਼ਾਂ ਹੈਗੀਆਂ, ਦੇਖੋ ਮੈਂ ਇਹ ਇਸ ਗੱਲ ਨੂੰ ਤੁਸੀਂ ਕਹਿ ਦਿਓ ਕਿ ਲੋਕਾਂ ਨੂੰ ਇਹ ਪਤਾ ਨਾ ਹੋਵੇ ਕਿ ਉਹ ਜ਼ਮੀਨ ਕਿਸ ਚੀਜ਼ ਦੀ ਹੈਗੀ, ਕਿੱਥੇ ਹੈਗੀ, ਇਹ ਮੈਂ ਇਸ ਨੂੰ ਐਕਸੈਪਟ ਇਸ ਕਰਕੇ ਨਹੀਂ ਕਰਾਂਗਾ ਕਿ ਜੇ ਅਗਰ ਰਜਿਸਟਰੀ ਵਾਲੀ ਜ਼ਮੀਨ ਹੋਵੇ ਤਾਂ ਰਜਿਸਟਰੀ ਹੋਣੀ ਚਾਹੀਦੀ ਹੈ, ਤੇ ਜੇ ਅਗਰ ਰਜਿਸਟਰੀ ਨਹੀਂ ਹੋ ਰਹੀ ਹੈ ਤਾਂ ਜਿਹੜਾ ਖਰੀਦਾਰ ਹੈਗਾ, ਜਿਹਨੂੰ ਕਹਿੰਦੇ ਮੁਸ਼ਤਰੀ ਹੋਸ਼ਿਆਰ ਬਾਸ਼, ਜਦੋਂ ਉਹਨੂੰ ਜਗ੍ਹਾ ਮਿਲ ਰਹੀ ਹੋਵੇ ਉਹਨੂੰ ਹੋਸ਼ਿਆਰ ਰਹਿਣਾ ਚਾਹੀਦਾ ਹੈਗਾ ਕਿ ਕੋਈ ਗੱਲ ਜੋ ਸਾਨੂੰ ਦਿੱਤੀ ਜਾ ਰਹੀ ਹੈ ਇਹ ਕਹਿ ਕੇ ਕਿ ਤੁਹਾਡੀ ਮਾਲਕੀ ਹੈਗੀ ਜਾਂ ਮਾਲਕੀ ਹੋ ਜੂਗੀ, ਉਹਦੇ ਬਾਰੇ ਮੁਸ਼ਤਰੀ ਨੂੰ ਖੁਦ ਵੀ ਪਤਾ ਕਰਨਾ ਚਾਹੀਦਾ ਹੈਗਾ, ਉਹਨੂੰ ਹੋਸ਼ਿਆਰ ਰਹਿਣਾ ਚਾਹੀਦਾ ਹੈਗਾ। ਇਸ ਮਾਮਲੇ 'ਚ ਸਾਡੀ ਹਮਦਰਦੀ ਉਹਨਾਂ ਨਾਲ ਹੈਗੀ, ਪਰ ਆਪਾਂ ਇਹ ਚਾਹ ਰਹੇ ਹੈਗੇ ਕਿ ਜਿਹੜੇ ਸਾਡੇ ਉਹ ਬੰਦੇ ਨੇ ਸਾਡੇ ਨਾਲ ਜੇ ਅਗਰ ਲੈਸੀ ਹੋ ਜਾਣਗੇ ਔਨ ਨੋਮੀਨਲ ਰੇਟਸ ਤੇ ਸਾਡੇ ਵੱਲੋਂ ਉਹਨੂੰ ਹਰਾਸਮੈਂਟ ਕਰਨ ਦਾ ਕੋਈ ਮਕਸਦ ਨਹੀਂ ਹੈਗਾ। ਪਰ ਜਿਹੜੀ ਵਕਫ ਦੀ ਪ੍ਰਾਪਰਟੀ ਹੈਗੀ ਉਹ ਵਕਫ ਦੀ ਪ੍ਰਾਪਰਟੀ ਤੇ ਜਿਹੜੀ ਹੈਗੀ ਉਹ ਇਹਦੇ ਵਿੱਚ ਡੈਫੀਨਿਟਲੀ ਵਕਫ ਵਿਲ ਕਲੇਮ ਇਟ। ਇਸ ਤੋਂ ਪਹਿਲਾਂ ਤੁਸੀਂ ਦੇਖੋ ਪੰਜਾਬ ਸਰਕਾਰ ਵੱਲੋਂ ਐਫਰਟ ਕੀਤਾ ਗਿਆ, ਜਿੰਨੀ ਵੀ ਜ਼ਮੀਨਾਂ ਕਿਸੇ ਦੂਜੇ ਨਜਾਇਜ਼ ਕਬਜ਼ਿਆਂ 'ਚ ਸੀਗੀਆਂ ਉਹਨੂੰ ਛਡਾਇਆ ਗਿਆ ਨਾ। ਹੁਣ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੀ ਪਹਿਲਾਂ ਤੇ ਜੀ 50 ਸਾਲ ਤੋਂ ਚਲੀ ਆ ਰਹੀ ਜ਼ਮੀਨਾਂ ਕਬਜ਼ੇ 'ਚ ਸੀ ਸਰਕਾਰੀਆਂ, ਤੁਸੀਂ ਹੁਣ ਕਿਉਂ ਛਡਾ ਰਹੇ? ਇਹ ਤਾਂ ਦਾਵਾ ਨਹੀਂ ਕੀਤਾ ਜਾ ਸਕਦਾ ਨਾ। ਹੁਣ ਜਿਹੜੀ ਵਕਫ ਦੀ ਜ਼ਮੀਨ ਹੈਗੀ ਉਹਦਾ ਗਜ਼ਟ ਨੋਟੀਫਿਕੇਸ਼ਨ ਕੀਤਾ ਹੋਇਆ ਹਰ ਇੱਕ ਜਗ੍ਹਾ ਦਾ, ਉਹ ਜਗ੍ਹਾ ਸੇਲ ਨਹੀਂ ਹੋ ਸਕਦੀ, ਕਿਸੇ ਵੀ ਤਰੀਕੇ ਨਾਲ ਉਹਦੀ ਰਜਿਸਟਰੀ ਨਹੀਂ ਹੋ ਸਕਦੀ। ਤੇ ਜੇ ਅਗਰ ਕਿਸੇ ਕੋਲ ਰਜਿਸਟਰੀ ਹੈ ਤਾਂ ਦਿਖਾਵੇ, ਆਪਾਂ ਉਹਦੀ ਜਿਹੜੀ ਹੈਗੀ ਉਹ ਕਰਾ ਲਾਂਗੇ, ਮਿੰਤੀ ਕਰਾ ਲਾਂਗੇ। ਜੇ ਉਹਨਾਂ ਦਾ ਦਾਵਾ ਬੰਦਾ ਹੈਗਾ ਤਾਂ ਵਿਲ ਗਿਵ ਅਪ। ਜਿਹੜੇ ਤੁਸੀਂ ਐਕਟ ਦੀ ਗੱਲ ਕਰ ਰਹੇ ਹੋ ਕਿ ਜਿਹੜਾ ਐਕਟ ਪਾਸ ਹੋਇਆ ਉਸ ਦੇ ਅਕੋਰਡਿੰਗ ਜਿਹੜਾ ਨੋਟੀਫਿਕੇਸ਼ਨ ਤੇ ਤੁਸੀਂ ਇਹ ਕਰ ਰਹੇ ਹੋ, ਉਹ ਐਕਟ ਕਿਹੜਾ ਤੇ ਕਦੋਂ ਪਾਸ ਹੋਇਆ ਸੀ? ਇਹ ਵਕਫ ਐਕਟ ਹੈਗਾ, ਇਹ ਪਾਰਲੀਮੈਂਟ ਨੇ ਪਾਸ ਕੀਤਾ ਹੋਇਆ, 1950 'ਚ ਪਾਸ ਹੋਇਆ ਹੈਗਾ। ਇਹ ਪੁਰਾਣਾ ਐਕਟ ਹੈਗਾ, ਇਹਦੇ ਵਿੱਚੋਂ ਅਮੈਂਡਮੈਂਟ ਵੀ 1914 'ਚ ਆਇਆ ਹੋਇਆ, ਜਿਹਦੇ ਵਿੱਚ ਵਕਫ ਦੀ ਜਿਸ ਤਰੀਕੇ ਨਾਲ ਪ੍ਰਾਪਰਟੀ ਦੀ ਦੁਰਵਰਤੋਂ ਹੋ ਰਹੀ ਸੀਗੀ ਉਹਨੂੰ ਦੇਖਦੇ ਹੋਏ ਸਰਕਾਰ ਨੇ ਇਹਦੇ ਵਿੱਚ ਨਵੇਂ
ਜਿਹੜੀ ਹੈਗੇ ਉਹ ਰੂਲਸ ਇਹਦੇ ਵਿੱਚ ਇੰਟਰੋਡਿਊਸ ਕੀਤੇ ਨੇ, ਜਿਹਦੇ ਮੁਤਾਬਿਕ ਜੇ ਅਗਰ ਵਕਫ ਦੀ ਪ੍ਰਾਪਰਟੀ ਤੇ ਕੋਈ ਵੀ ਕਿਸੇ ਤਰੀਕੇ ਦੀ ਦੁਰਵਰਤੋਂ ਕਰੂਗਾ ਉਹਨਾਂ ਦੇ ਖਿਲਾਫ FIR ਹੋ ਸਕਦੀਆਂ ਨੇ। ਇਹ ਕੋਗਨਿਜ਼ੇਬਲ ਆਫੈਂਸ ਹੈ ਐਂਡ ਨਾਨ ਬੇਲੇਬਲ ਆਫੈਂਸ ਹੈਗਾ। ਇਸ ਕਰਕੇ ਪਾਰਲੀਮੈਂਟ ਵੱਲੋਂ ਜਿਹੜੇ ਇਸ ਚੀਜ਼ ਦਾ ਅਮੈਂਡਮੈਂਟ ਕੀਤਾ ਗਿਆ ਹੋਇਆ, ਵਕਫ ਬੋਰਡ ਆਪਣੇ ਉਸ ਰਾਈਟ ਨੂੰ ਐਕਸਰਸਾਈਜ਼ ਕਰ ਰਿਹਾ। ਸਰ ਜਿਹੜੇ ਤੁਸੀਂ 2014 ਦੇ ਐਕਟ ਦੀ ਗੱਲ ਕਰ ਰਹੇ ਹੋ, ਉਹਦੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਉਹ ਪਾਰਲੀਮੈਂਟ ਦੇ ਵਿੱਚ ਪਾਸ ਨਹੀਂ ਹੋਇਆ ਸੀ। ਤਾਂ ਇੱਕ ਆਰਟੀਕਲ ਇਹ ਵੀ ਹੈ ਕਿ ਜੇਕਰ ਪਾਰਲੀਮੈਂਟ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਹੈ ਉਹ ਪਾਸ ਨਹੀਂ ਹੁੰਦਾ ਤਦ ਤੱਕ ਉਹ ਲਾਗੂ ਨਹੀਂ ਕੀਤਾ ਜਾ ਸਕਦਾ। ਨੋਟੀਫਿਕੇਸ਼ਨ ਬਗੈਰ ਲਾਗੂ ਹੋਏ ਤੇ ਆਪਾਂ ਲਾਗੂ ਕਰ ਹੀ ਨਹੀਂ ਸਕਦੇ ਨਾ। ਜਿਹੜਾ ਲਾਗੂ ਨਾ ਹੋਇਆ ਹੋਵੇ ਐਕਟ, ਉਹਨੂੰ ਆਪਾਂ ਕਿੱਦਾਂ ਲਾਗੂ ਕਰ ਦਾਂਗੇ? ਤੇ ਨਾਲੇ ਕੋਗਨੀਜ਼ੈਂਸ ਕੋਰਟ ਲੈ ਰਹੀਆਂ ਨੇ ਸਾਡੇ ਆਪਣੇ ਜਿਹੜੇ ਉਹ ਅਮੈਂਡਮੈਂਟ ਕੀਤੇ ਗਏ ਨੇ, ਅਮੈਂਡਮੈਂਟਸ ਦਾ ਕੋਰਟ ਕੋਗਨੀਜ਼ੈਂਸ ਲੈ ਰਹੀਆਂ ਹੈਗੀਆਂ। ਤਾਂ ਕੋਰਟ ਨੂੰ ਵੀ ਤਾਂ ਪਤਾ ਹੈਗਾ ਨਾ ਕਿ ਜਿਹੜੀ ਚੀਜ਼ ਪਾਸ ਨਾ ਹੋਈ ਹੋਵੇ ਉਹਦਾ ਕੋਗਨੀਜ਼ੈਂਸ ਕਿੱਦਾਂ ਲੈ ਲੂਗੀ। ਇੱਕ ਚੀਜ਼ ਇਹ ਵੀ ਕਲੀਅਰ ਕਰ ਦਿਓ ਕਿ ਜਦੋਂ ਤੋਂ ਵਕਫ ਬੋਰਡ ਦੀ ਜਗ੍ਹਾ ਹੈ ਤੇ ਕਿੰਨੇ ਸਾਲਾਂ ਤੋਂ ਇੱਥੇ ਲੋਕ ਰਹਿ ਰਹੇ ਨੇ, ਉਹਨਾਂ ਨੇ ਮੀਟਰ ਵੀ ਅਪਲਾਈ ਕੀਤੇ, ਬਿਜਲੀ ਦੇ ਬਿੱਲ ਵੀ ਸਾਰਾ ਉਹਨਾਂ ਦਾ ਲੱਗਿਆ, ਕਾਰਪੋਰੇਸ਼ਨ ਦੇ ਅੰਡਰ ਵੀ ਸਭ ਕੁਝ। ਵਕਫ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਕੋ ਉਹ ਦਾਵਾ ਕਰਦੇ ਨੇ ਕਿ ਤੁਸੀਂ ਅੱਜ ਦਾਵਾ ਕਰ ਰਹੇ ਹੋ ਕਿ ਲੋਕਾਂ ਨਾਲ ਅਸੀਂ ਗੱਲ ਕਰਾਂਗੇ ਤੇ ਜਿਹੜਾ ਕਿਰਾਇਆ ਉਹ ਦੋ, ਪਰ ਲੋਕ ਕਹਿ ਰਹੇ ਨੇ ਕਿ ਸਾਡੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਜਗ੍ਹਾ ਨਹੀਂ ਹੈ ਰਹਿਣ ਦੇ ਲਈ ਤੇ ਅਸੀਂ ਇਸ ਦੇ ਪੈਸੇ ਦਿੱਤੇ ਨੇ। ਤੇ ਹੁਣ ਕੀ ਤੁਹਾਡੇ ਵੱਲੋਂ ਜਿਹੜੀ ਗੱਲ ਨਹੀਂ, ਬੋਰਡ ਨੂੰ ਤਾਂ ਪੈਸੇ ਨਹੀਂ ਦਿੱਤੇ ਹੋਏ ਨਾ। ਗੱਲ ਸਿਰਫ ਇੰਨੀ ਹੈਗੀ, ਜਿਹੜੀ ਸਰਕਾਰੀ ਜ਼ਮੀਨ ਅਨਅਧਿਕ੍ਰਿਤ ਕਬਜ਼ੇ 'ਚ ਹੈਗੀ, ਬੋਰਡ ਦੀ ਜ਼ਮੀਨ ਸਰਕਾਰੀ ਜ਼ਮੀਨ ਹੈ। ਤੁਸੀਂ ਇਹ ਵੀ ਸਮਝ ਲਓ, ਇਹ ਆਮ ਮਿਸਅੰਡਰਸਟੈਂਡਿੰਗ ਹੈਗੀ ਕਿ ਬੋਰਡ ਦੀ ਜ਼ਮੀਨ ਤੇ ਕੋਈ ਕਿਸੇ ਪਰਸਨਲ ਮਤਲਬ ਜਿਹੜਾ ਮੁਸਲਿਮ ਡਾਇਸਪੋਰਾ ਦਾ ਕੋਈ ਅਖਤਿਆਰ ਹੈ, ਇੱਦਾਂ ਨਹੀਂ ਹੈਗਾ। ਬੋਰਡ ਦੀ ਜਿਹੜੀ ਜ਼ਮੀਨ ਹੈ ਉਹ ਸਰਕਾਰੀ ਜ਼ਮੀਨ ਹੈ। ਬੋਰਡ ਹੋਮ ਮਿਨਿਸਟਰੀ ਦੇ ਅੰਡਰ ਪੰਜਾਬ ਸਰਕਾਰ ਦੀ ਹੋਮ ਮਿਨਿਸਟਰੀ ਦੇ ਅੰਡਰ ਕੰਮ ਕਰਦਾ ਹੈ। ਇਹਦੇ ਇਲਾਵਾ ਜਿਹੜੀ ਵੀ ਇਹਦੇ ਵਿੱਚ ਕਾਰਵਾਈਆਂ ਹੁੰਦੀਆਂ ਉਹ ਸਰਕਾਰੀਆਂ ਨੇ, ਤੇ ਜਿਹੜੀ ਸਰਕਾਰੀ ਜ਼ਮੀਨਾਂ ਨੇ ਉਹਨੂੰ ਛਡਾਏ ਜਾਣ ਦਾ ਤੇ ਅਖਤਿਆਰ ਸਰਕਾਰ ਨੂੰ ਹੈ ਹੀ। ਹੁਣ ਤੁਸੀਂ ਇਹ ਘਰ ਸਾਰੇ ਖਾਲੀ ਕਰਵਾ ਰਹੇ ਹੋ? ਨਹੀਂ, ਖਾਲੀ ਕਿਉਂ ਕਰਾਵਾਂਗੇ? ਤੁਸੀਂ ਕਹਿ ਰਹੇ ਹੋ ਨਾ ਛੁਡਾਉਣ ਨਹੀਂ, ਅਖਤਿਆਰ ਹੋਣਾ ਇੱਕ ਗੱਲ ਵੱਖਰੀ ਹੈ। ਉਦੋਂ ਪਹਿਲਾਂ ਜਿਹੜਾ ਕਿਹਾ ਸੀ ਉਹ ਤੁਸੀਂ ਨਹੀਂ ਸੁਣਿਆ। ਮੈਂ ਤੁਹਾਨੂੰ ਇਹ ਕਿਹਾ ਕਿ ਆਪਾਂ ਜਿਹੜੇ ਬੰਦੇ ਬੈਠੇ ਹੋਏ ਨੇ ਉਹਨਾਂ ਨੂੰ ਆਪਾਂ ਪਰਸੂਏਡ ਕਰ ਰਹੇ ਹੈਗੇ ਕਿ ਉਹ ਸਾਡੇ ਲੈਸੀ ਹੋ ਜਾਣ, ਜਿਹੜਾ ਲਿਮਿਟਡ ਜਿਹਾ ਪੈਸਾ ਹੋਵੇ ਉਹ ਆਪਾਂ ਸਾਨੂੰ ਦੇ ਕਰਕੇ ਇਹਦੇ ਵਿੱਚ ਲੈਸੀ ਹੋ ਜਾਣ। ਮੈਂ ਤੁਹਾਨੂੰ ਕਦੋਂ ਕਿਹਾ ਸੀ ਕਿ ਖਾਲੀ ਕਰਵਾ ਰਿਹਾ ਮੈਂ? ਇਹਨਾਂ ਦੇ ਨਾਲ ਜਿਹੜਾ ਕਿਰਾਇਆ ਹੈ ਉਹ ਨਿਸ਼ਚਿਤ ਕੀਤਾ ਜਾਏਗਾ। ਬਿਲਕੁਲ ਕੋਸ਼ਿਸ਼ ਕਰਾਂਗੇ। ਕੀ ਗੱਲਾਂ ਪਤਾ ਲੱਗੀਆਂ, ਨਵੀਆਂ ਗੱਲਾਂ ਕੀ ਸਾਹਮਣੇ ਆਈਆਂ, ਕੀ ਮੁਸ਼ਕਲਾਂ ਨੇ, ਕੀ ਕਮੀਆਂ ਨੇ, ਕੀ ਖਾਮੀਆਂ ਨੇ, ਕੀ ਹੋ ਸਕਦਾ ਹੈ? ਦੇਖੋ, ਇਹਨੂੰ ਇੱਕ ਬਿਹਤਰ ਐਡਮਿਨਿਸਟ੍ਰੇਸ਼ਨ ਦੇਣ ਦੀ ਲੋੜ ਹੈਗੀ। ਵਕਫ ਬੋਰਡ ਜਿਹੜਾ ਹੈਗਾ ਉਹ ਪਿਛਲੇ ਸਮਾਂ ਤੇ ਜਿਸ ਤਰੀਕੇ ਨਾਲ ਫੰਕਸ਼ਨਲ ਹੋਣਾ ਚਾਹੀਦਾ ਸੀਗਾ, ਉਹਦੇ ਵਿੱਚ ਡੈਫੀਨਿਟਲੀ ਅੰਡਰ ਸਟਾਫਿੰਗ ਹੋਣ ਕਰਕੇ ਇਟ ਕੁਡ ਨਾਟ ਐਕਟ ਐਜ਼ ਇਟ ਸ਼ੁੱਡ ਹੈਵ ਐਕਟਡ। ਤੇ ਮੇਰੀ ਤਾਂ ਐਫਰਟ ਹੈਗਾ ਕਿ ਹੁਣ ਜਦੋਂ ਤੱਕ ਸਰਕਾਰ ਨੇ ਮੈਨੂੰ ਆ ਜ਼ਿੰਮੇਵਾਰੀ ਦਿੱਤੀ ਹੋਈ ਹੈ ਕਿ ਮੈਂ ਸਰਕਾਰ ਦੀ ਦਿੱਤੀ ਗਈ ਜਿਹੜੀ ਇਹ ਜ਼ਿੰਮੇਵਾਰੀ ਹੈਗੀ ਉਹਨੂੰ ਸਹੀ ਤਰੀਕੇ ਨਾਲ ਨਿਭਾਵਾਂ। ਮੈਂ ਲੋਕਾਂ ਨਾਲ ਵੀ ਬਿਹਤਰ ਸਲੂਕ ਕਰਨਾ ਚਾਹੁੰਦਾ, ਮੈਂ ਉਹਨਾਂ ਦੇ ਨਾਲ ਵੀ ਜਿਹੜੇ ਸਾਡੇ ਲੈਸੀ ਹੈਗੇ ਨੇ, ਬਿਕੋਜ਼ ਉਹਨਾਂ ਦੇ ਦਿੱਤੇ ਕਿਰਾਏ ਤੋਂ ਹੀ ਇਹ ਵਕਫ ਬੋਰਡ ਜਿਹੜੇ ਹੈਗੇ ਆਪਣੀ ਚੈਰਿਟੀ ਦੇ ਸਾਰੇ ਕੰਮ ਕਰਦਾ ਹੈਗਾ, ਤੇ ਆਪਾਂ ਉਹਨੂੰ ਬਿਲਕੁਲ ਕੰਫਰਟੇਬਲ ਰੱਖਣਾ ਚਾਹੁੰਦੇ ਹੈਗੇ। ਬੋਰਡ ਦੀ ਸਾਰੀ ਜ਼ਮੀਨਾਂ ਜਿਹੜੇ ਉਹਦੇ ਕਿਰਾਏ ਨੇ ਉਹ ਬਹੁਤ ਹੀ ਰਿਬੇਟਡ ਰੇਟ ਤੇ ਮੌਜੂਦ ਹੁੰਦੇ ਨੇ। ਤੁਸੀਂ ਸਰਕਾਰੀ ਜ਼ਮੀਨਾਂ ਜਿਹੜੀ ਦੇਖ ਲਓ, ਜਿਹੜੇ ਮਾਰਕੀਟ 'ਚ ਜ਼ਮੀਨਾਂ ਦੇ ਰੇਟ ਹੋਣ ਉਹਦੇ ਮੁਤਾਬਿਕ ਜੇ ਅਗਰ ਤੁਸੀਂ ਉਹਦੀ ਇਵੈਲੂਏਸ਼ਨ ਕਰੋਗੇ ਤਾਂ ਉਹਦੇ ਮੁਤਾਬਿਕ ਵਕਫ ਬੋਰਡ ਵੱਲੋਂ ਲਿਆ ਗਿਆ ਕਿਰਾਇਆ ਬਹੁਤ ਨੋਮੀਨਲ ਜਿਹਾ ਹੁੰਦਾ ਹੈਗਾ। ਤੇ ਲੇਕਿਨ ਆ ਜਿਹੜੀ ਬੋਰਡ ਦੀ ਪ੍ਰੋਬਲਮ ਹੈਗੀ ਕਿ ਜਦੋਂ ਤੱਕ ਕਿਰਾਏ ਨਹੀਂ ਆਉਣਗੇ ਉਹਦੇ ਅਗੇਂਸਟ ਹੀ ਬੋਰਡ ਨੇ ਖਰਚਾ ਕਰਨਾ ਹੈਗਾ, ਤੇ ਉਦੋਂ ਬਗੈਰ ਡਿਵੈਲਪਮੈਂਟ ਨਹੀਂ ਹੋ ਸਕਦੀ। ਇਸ ਕਰਕੇ ਆਪਾਂ ਪਰਸੂਏਡ ਕਰ ਰਹੇ ਹਰ ਚਾਹ ਦੇ ਜਾ ਕੇ। ਹਾਂ, ਇਹ ਗੈਜ਼ਟ ਨੋਟੀਫਿਕੇਸ਼ਨ ਤੁਸੀਂ ਦੇਖੋ, ਇਹ ਨੈਟ ਤੇ ਅਵੇਲੇਬਲ ਹੈ। ਜਿੰਨੀ ਜ਼ਮੀਨਾਂ ਜਿੰਨੀ ਪ੍ਰਾਪਰਟੀ ਸਰਕਾਰੀ ਗੈਜ਼ਟ 'ਚ ਇਹ ਇੰਟਰਨੈਟ 'ਚ ਅਵੇਲੇਬਲ ਹੈ, ਤੁਸੀਂ ਐਕਸੈਸ ਕਰੋ, ਦੇਖੋ, ਤੁਹਾਨੂੰ ਆਪੇ ਹੀ ਪਤਾ ਲੱਗ ਜੂਗਾ ਕਿ ਕਿੰਨੀ ਪ੍ਰਾਪਰਟੀਜ਼ ਜਿਹੜੀ ਹੈਗੀ ਉੱਥੇ ਮੌਜੂਦ ਨੇ। ਇਸ ਇਲਾਕੇ ਦੇ ਵਿੱਚ ਕਿੰਨੀ ਹੈ? ਦੇਖੋ, ਮੇਰੀ ਗੱਲ ਸੁਣੋ, ਇਹਦੇ ਵਿੱਚ ਜਿਹੜੀ ਅਗਰ ਕਿਰਾਏ ਦੀ ਕੋਈ ਗੱਲ ਹੈਗੀ ਕਿ ਜੇ ਅਗਰ ਮੰਨ ਲਓ ਬਿਯੋਂਡ ਰੀਜ਼ਨੇਬਲ ਲਿਮਿਟ ਹੈਗਾ, ਵਿਲ ਡੈਫੀਨਿਟਲੀ ਕੰਸੀਡਰ, ਤੇ ਆਪਾਂ ਉਹ ਇਹ ਕਰਾਂਗੇ ਕਿ ਜਿਹੜਾ ਲੈਸੀ ਉਹ ਕੰਫਰਟੇਬਲ ਹੋਵੇ। ਜਿੱਦਾਂ ਸਾਡੇ ਕੋਲ ਅੱਜ ਵੀ ਬਹੁਤ ਸਾਰੇ ਮਸਲੇ ਆਏ ਸੀਗੇ ਜਿਹਦੇ ਵਿੱਚ ਜ਼ਮੀਨ ਬਾਰਾਨੀ ਹੈਗੀ, ਉਹਦੇ ਵਿੱਚ ਸਾਡੇ ਵੱਲੋਂ ਜੇ ਮੰਨ ਲਓ ਇੱਕ ਲੱਗੇ ਬੰਦੇ ਰੂਲ ਦੇ ਮੁਤਾਬਿਕ ਪੈਸੇ ਵਧਾ ਦਿੱਤੇ ਗਏ ਹੋਏ ਸੀਗੇ, ਆਪਾਂ ਉਹਨੂੰ ਰੀਕਨਸੀਡਰ ਕਰ ਰਹੇ, ਵਿਲ ਗਿਵ ਦਮ ਰਿਲੀਫ ਟੂ ਦ ਲੈਸੀਜ਼। ਉਹਨਾਂ ਦੇ ਪੈਸੇ ਆਪਾਂ ਇੰਨੇ ਘਟਾ ਦਾਂਗੇ ਜਿਹਦੇ ਨਾਲ ਉਹ ਕੰਫਰਟੇਬਲ ਰਹਿਣ, ਤਾਂ ਕਿ ਉਹਦੇ ਵਿੱਚੋਂ ਜਿਹੜੀ ਯੀਲਡ ਹੈ ਉਹਦੇ ਨਾਲ ਆਪਣਾ ਗੁਜ਼ਾਰਾ ਵੀ ਕਰਨ ਤੇ ਵਕਫ ਨੂੰ ਵੀ ਥੋੜੀ ਆਮਦਨੀ ਹੁੰਦੀ ਰਹੇ। ਪਰ ਜਿਹੜਾ ਲੈਸੀ ਹੈਗਾ ਉਹ ਅਗਰ ਅਨਕੰਫਰਟੇਬਲ ਹੋ ਜਾਊਗਾ ਤਾਂ ਆਬਵੀਅਸਲੀ ਵਕਫ ਬੋਰਡ ਵੀ ਅਨਕੰਫਰਟੇਬਲ ਰਹੂਗਾ। ਤੇ ਲੈਸੀ ਨੂੰ ਕੰਫਰਟੇਬਲ ਕਰਨਾ ਸਾਡੀ ਜ਼ਿੰਮੇਵਾਰੀ ਹੈਗੀ।
ਜੇ ਅਗਰ ਕਿਤੇ ਜ਼ਿਆਦਾ ਹੈ ਐਗਜ਼ੈਜਰੇਟਡ ਰੈਂਟ ਹੈਗਾ ਵਿਲ ਡੈਫੀਨਿਟਲੀ ਕੰਸੀਡਰ ਐਂਡ ਉਹਨੂੰ ਆਪਾਂ ਮਤਲਬ ਰੀਜ਼ਨੇਬਲ ਲਿਮਿਟ 'ਚ ਲੈ ਕੇ ਆਵਾਂਗੇ। ਵਕਫ ਬੋਰਡ ਦੀ ਜ਼ਮੀਨ ਨੂੰ ਤੁਮਾਲੇ ਮੁਫਤ ਸਮਝਦੇ ਨਾ ਲੋਕੀ, ਸਰਕਾਰੀ ਜ਼ਮੀਨ ਸਮਝਦੇ ਨਹੀਂ ਹੈਗੇ। ਹੁਣ ਗੱਲ ਕੀ ਸਾਡੇ ਕੋਲ ਜਿਹੜੇ ਸਟਾਫ ਅੰਡਰ ਸਟਾਫਿੰਗ ਹੋਣ ਕਰਕੇ ਲੋਕਾਂ ਨੇ ਇਹਦੇ ਵਿੱਚੋਂ ਜਿਹੜੀ ਵਕਫ ਦੀ ਜ਼ਮੀਨ ਹੈ ਉਹਦੇ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅਨਡਾਊਟਡਲੀ, ਪਰ ਜਿਹੜਾ ਸਰਕਾਰੀ ਪ੍ਰੋਸੀਜਰ ਹੈ ਉਹਦੇ ਮੁਤਾਬਿਕ ਲਾਫੁਲੀ ਆਪਾਂ ਜਿਹੜੀ ਸਰਕਾਰੀ ਜ਼ਮੀਨ ਹੈ ਉਹਨੂੰ ਕਲੇਮ ਕਰਾਂਗੇ। ਚਲੋ ਉਹਨਾਂ ਦੀ ਐਪਰੀਹੈਂਸ਼ਨ ਠੀਕ ਨੇ, ਮੈਂ ਇਹ ਨਹੀਂ ਕਹਿ ਰਿਹਾ ਹੈਗਾ, ਤਾਂ ਹੀ ਤਾਂ ਮੈਂ ਕਹਿ ਰਿਹਾ ਕਿ ਲਾਫੁਲੀ ਆਪਾਂ ਕਰਾਂਗੇ। ਆਪਾਂ ਵਲਨਰੇਬਲ ਜਿਹੜੇ ਸਾਡੇ ਆਪਣੇ ਮੁਲਾਜ਼ਮ ਨੇ ਉਹ ਵਲਨਰੇਬਲ ਨੇ, ਕੱਲਾ ਇੱਕ ਦੋ ਮੁਲਾਜ਼ਮ ਜਾਵੇ ਤਾਂ ਲੋਕੀ ਕੀ ਏਅਰਲਾਈਨ ਕੁਝ ਹੋਰ ਗੱਲ ਹੋ ਜਾਏ, ਇਹਦੇ 'ਚ ਤਾਂ ਆਪਾਂ ਵੀ ਵਿਲ ਨੋਟ ਪ੍ਰੈਫਰ ਇਟ। ਆਪਾਂ ਉਹਨਾਂ ਦੇ ਨਾਲ ਬਹਿ ਕੇ, ਤਾਂ ਹੀ ਤਾਂ ਮੈਂ ਕਹਿ ਰਿਹਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਪਰਸੂਏਡ ਕਰਾਂਗੇ। ਇਹ ਵਕਫ ਬੋਰਡ ਚੈਰਿਟੀ ਆਰਗੇਨਾਈਜੇਸ਼ਨ, ਕਮਰਸ਼ੀਅਲ ਆਰਗੇਨਾਈਜੇਸ਼ਨ ਨਹੀਂ ਹੈਗੀ। ਜਿਹੜੇ ਲੋਕੀ ਮੰਨ ਲਓ ਗੁਰਦੁਆਰੇ ਤੇ ਉਹਨਾਂ ਨੇ ਬਣਾਇਆ ਹੋਇਆ, ਤੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਹੈਗਾ ਕਿ ਜਿਹੜੇ ਕੰਮ ਉਹ ਕਰ ਰਹੇ ਨੇ ਉੱਦਾਂ ਦੇ ਕੰਮ ਆਪਾਂ ਵੀ ਕਰ ਰਹੇ ਹੈਗੇ, ਤੇ ਇਫ ਦੇ ਵਿਲ ਗਿਵ ਸਮ ਰੈਂਟ ਟੂ ਅਸ ਤੇ ਉਹਦੇ ਨਾਲ ਆਪਾਂ ਦੂਜੇ ਗਰੀਬਾਂ ਨੂੰ ਵੀ ਮਦਦ ਕਰ ਸਕਦੇ ਹੈਗੇ। ਕਿਉਂਕਿ ਜਿਹੜੀ ਗੁਰਬਾਣੀ ਹੈਗੀ ਉਹਦੇ ਮੁਤਾਬਿਕ ਹੀ ਲੋਕਾਂ ਦੀ ਜਿਹੜਾ ਪਿਆਰ ਪ੍ਰੇਮ ਨਾਲ ਹੀ ਤੇ ਆਪਾਂ ਸਾਰਾ ਸੰਸਾਰ ਚੱਲ ਰਿਹਾ ਹੈਗਾ, ਤੇ ਉਹ ਜਿਹੜੀ ਗੁਰਬਾਣੀ ਦੀ ਸਹੀ ਸਪਿਰਿਟ ਹੈਗੀ ਉਹਦੇ ਮੁਤਾਬਿਕ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਹਿੱਸਾ ਗਰੀਬਾਂ ਦਾ ਜਿਹੜਾ ਬੰਦਾ ਹੈਗਾ ਉਹਨੂੰ ਵੀ ਦਿੱਤਾ ਜਾਵੇ। ਆਪਾਂ ਇਸ ਸਿਲਸਿਲੇ 'ਚ ਉਹਨਾਂ ਨੂੰ ਪਰਸੂਏਡ ਕਰਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਪ੍ਰੇਮ ਨਾਲ ਕਰਾਂਗੇ, ਬਹਿ ਕੇ ਗੱਲ ਕਰਾਂਗੇ, ਸਾਂਝ ਨਾਲ ਕਰਾਂਗੇ। ਆਪਾਂ ਇਹਦੇ ਵਿੱਚ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਕਰਦੇ ਜਿਹਦੇ ਵਿੱਚ ਕੋਈ ਮੱਲੋ ਮੱਲੀ ਕੋਈ ਇੱਦਾਂ ਦਾ ਕੰਮ ਹੋ ਰਿਹਾ ਹੋਵੇ ਜਿਹਦੇ ਨਾਲ ਸਾਡਾ ਸਮਾਜਿਕ ਭਾਈਚਾਰਾ ਤੇ ਸਾਂਝ ਖਰਾਬ ਹੁੰਦੀ ਹੋਵੇ। ਫੋਗੀ ਸੀਜ਼ਨ ਦੇ ਵਿੱਚ ਲੈ ਕੇ ਲਗਾਤਾਰ ਹੀ ਤੁਹਾਡੇ ਵੱਲੋਂ ਬਹੁਤ ਸਾਰੇ ਸੀਜ਼ਨ ਵੀ ਕੀਤੇ ਗਏ, ਤੁਸੀਂ ਪ੍ਰਪੋਜ਼ਲ ਵੀ ਰੱਖੀ ਸੀਗੀ ਨਾਈਟ ਡਿਟੈਕਟਰ ਜਿਹੜੇ ਨੇ ਉਹ ਚੱਲਣੇ ਚਾਹੀਦੇ ਨੇ। ਬਿਲਕੁਲ ਬਿਲਕੁਲ ਸਰ, ਉਹ ਲੱਗਦਾ ਹੈ ਕਿ ਹੁਣ ਜ਼ਰੂਰਤ ਹੈ, ਜਿਸ ਤਰ੍ਹਾਂ ਦੇ ਹੁਣ ਉਥੋਂ ਡਰੱਗ ਆ ਰਹੇ ਨੇ, ਜਿਸ ਤਰ੍ਹਾਂ ਡਰੋਨਸ ਆ ਰਹੇ ਨੇ, ਲੱਗਦਾ ਹੈ ਕਿ ਉਹ ਚੀਜ਼ ਦੀ ਜ਼ਰੂਰਤ ਸੀ ਹੁਣ ਐਜ਼ ਪ੍ਰੈਜ਼ੈਂਟ ਜੀ। ਨਹੀਂ, ਮੈਂ ਸਮਝਿਆ ਨਹੀਂ, ਸਵਾਲ ਨਹੀਂ ਸਮਝਿਆ ਤੁਹਾਡਾ। ਮੈਂ ਸਵਾਲ ਇਹ ਹੈ ਕਿ ਜਿਹੜੇ ਡਰੱਗ ਨੂੰ ਰੋਕਣ ਵਾਸਤੇ ਨਾਈਟ ਜਿਹੜੇ ਵਿਜ਼ਨ ਕੈਮਰੇ ਕਿਹਾ ਸੀਗਾ ਤੁਸੀਂ ਲੱਗਣੇ ਚਾਹੀਦੇ ਨੇ, ਜਾਂ ਉੱਥੇ ਇਕਵਿਪਮੈਂਟ ਲੱਗਣੇ ਚਾਹੀਦੇ, ਉਹ ਲੱਗਣੇ ਚਾਹੀਦੇ ਕਿੱਥੇ ਕਿੱਥੇ BSF ਤੇ ਬਾਰਡਰ ਦੇ ਉੱਤੇ। ਜਿਹੜਾ ਇਹ ਤਾਂ ਵੀ ਸਵਾਲ BSF ਨੂੰ ਕਰੋ ਨਾ, ਮੇਰੇ ਤੋਂ ਕਿਉਂ ਕਰੀ ਜਾਂਦੇ ਹੋ ਤੁਸੀਂ ਚੁੱਕਿਆ ਸੀਗਾ ਸਰ, ਇਸ਼ੂ ਚੁੱਕਿਆ ਸੀਗਾ ਕਿ ਇਹ ਜ਼ਰੂਰੀ ਨਹੀਂ। BSF ਕੋਲ ਨਾਈਟ ਵਿਜ਼ਨ ਡਿਵਾਈਸਸ ਹੈਗੀਆਂ, BSF ਨੇ ਆਪਣੇ ਆਪ ਨੂੰ ਇਕਵਿਪਡ ਕੀਤਾ ਹੋਇਆ, BSF ਕੋਲ ਪ੍ਰੋਪਰ ਇਕਵਿਪਮੈਂਟ ਨੇ, ਤੇ BSF ਲਗਾਤਾਰ ਜਿਸ ਮੁਸਤੈਦੀ ਨਾਲ ਕਰ ਰਹੀ, ਤੁਸੀਂ ਰੋਜ਼ਾਨਾ ਹੀ ਦੇਖ ਰਹੇ ਕਿ ਕੋਈ ਡਰੋਨ ਕਿਤੇ ਫੜਿਆ ਜਾ ਰਿਹਾ, ਕੋਈ ਮਾਰ ਕੇ ਗਿਰਾ ਲੈਂਦੇ ਹੈਗੇ BSF ਵਾਲੇ, ਤੇ BSF ਤਾਂ ਬਹੁਤ ਮੁਸਤੈਦੀ ਨਾਲ ਬਾਰਡਰ ਦੀ ਸਿਕਿਉਰਿਟੀ ਕਰ ਰਹੀ ਹੈਗੀ। ਸਾਨੂੰ ਮਾਣ ਹੈ ਆਪਣੇ ਜਵਾਨਾਂ ਤੇ BSF ਦੇ, ਜਿਹੜੇ ਇਸ ਠੰਡ ਵਿੱਚ ਇੰਨੀ ਧੁੰਦ ਵਿੱਚ ਜਿੱਥੇ ਗਜ਼ ਦੋ ਗਜ਼ ਅੱਗੇ ਵੀ ਜਗ੍ਹਾ ਨਾ ਦਿਖਦੀ ਹੋਵੇ ਉੱਥੇ ਵੀ ਮੁਸਤੈਦ ਖੜੇ ਰਹਿੰਦੇ ਨੇ ਬਾਰਡਰ ਤੇ। ਤੁਸੀਂ ਲੰਮਾ ਚਿਰ ਰਹੇ ਹੋ ਤੇ ਤੁਹਾਨੂੰ ਲੱਗਦਾ ਕਿਹੜੀ ਮੁਸ਼ਕਲਾਤਾਂ ਜਿਹੜੀਆਂ ਨਵੇਂ ਦੇਖਣ ਨੂੰ ਮਿਲਦੀਆਂ ਸੀਗੀਆਂ, ਜਾਂ ਹੁਣ ਕਿਹੜੀਆਂ ਹੋਰ ਮੁਸ਼ਕਲਾਤਾਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ? ਦੇਖੋ, ਮੁਸ਼ਕਿਲਾਤ ਤੇ ਬਹੁਤ ਸਾਰੀਆਂ ਹੈਗੀਆਂ। ਬਾਰਡਰ ਤੇ ਜਿਹੜਾ ਮੁਲਾਜ਼ਮ ਕੰਮ ਕਰਦਾ ਹੈਗਾ, ਏਰੀਆ ਵੱਡਾ ਰਹਿੰਦਾ ਹੈਗਾ, ਛੁੱਟੀ ਘੱਟ ਮਿਲਦੀ ਹੈਗੀ, ਜਾਂ ਆਰਾਮ ਕਰਨ ਦਾ ਸਮਾਂ ਘੱਟ ਮਿਲਦਾ। ਜਿਸ ਤਰੀਕੇ ਨਾਲ ਵੋਲਾਟਾਈਲ ਬਾਰਡਰ ਹੈਗਾ ਪਾਕਿਸਤਾਨ ਨਾਲ ਲੱਗਿਆ ਹੋਇਆ, ਜਿੱਥੇ ਕੋਈ ਡਰੋਨ ਆ ਰਿਹਾ ਹੋਵੇ, ਕਿਤੇ ਹੋਰ ਐਕਟੀਵਿਟੀ ਹੋ ਰਹੀ ਹੋਵੇ, ਉਹਦੇ ਵਿੱਚ ਸਤਰਕ ਰਹਿਣਾ ਪੈਂਦਾ ਹੈਗਾ ਹਰ ਵੇਲੇ ਜਵਾਨ ਨੂੰ, ਤੇ ਇਹ ਬਹੁਤ ਡਿਮਾਂਡਿੰਗ ਹੋ ਜਾਂਦਾ ਹੈ। ਨਾਲ ਹੀ ਉਹਦੇ ਇੱਕ ਕਲੱਬ ਹੋ ਜਾਂਦੀ ਹੈ ਗੱਲ, ਜਦੋਂ ਮੌਸਮ ਖਰਾਬ ਹੋ ਜਾਏ, ਗਰਮੀ 'ਚ ਬਹੁਤ ਜ਼ਿਆਦਾ ਗਰਮੀ ਹੋ ਜਾਏ, ਤੇ ਜਿਹੜੀ ਸਰਦੀ 'ਚ ਬਹੁਤ ਜ਼ਿਆਦਾ ਸਰਦੀ ਹੋ ਜਾਵੇ, ਜਿੱਥੇ ਐਕਸਟ੍ਰੀਮ 'ਚ ਆਪਾਂ ਇੱਥੇ ਚੱਲਦੀ ਵੀ ਹੈਗੀ। ਈਵਨ ਬਰਸਾਤਾਂ 'ਚ ਦੇਖੋ ਖੁੱਲ੍ਹੇ 'ਚ ਸਾਡੇ ਜਵਾਨ ਜਿਹੜੇ ਹੈਗੇ ਡਿਊਟੀਆਂ ਕਰਦੇ ਨੇ। ਇਹ ਤੇ ਬਹੁਤ ਸ਼ਲਾਘਾਯੋਗ ਗੱਲ ਹੈਗੀ ਕਿ ਜਿਹੜਾ ਸਾਡਾ ਆਪਣੀ ਫੋਰਸ ਹੈਗੀ BSF ਦੀ, ਉਹਦੇ ਜਵਾਨ ਸਰਦੀ ਗਰਮੀ ਦੀ ਪਰਵਾਹ ਕੀਤੇ ਬਗੈਰ ਬਾਰਡਰਾਂ ਦੀ ਇੰਨੀ ਵਧੀਆ ਤਰੀਕੇ ਨਾਲ ਰੱਖਿਆ ਕਰ ਰਹੇ ਨੇ, ਐਂਡ ਵੀ ਸੈਲੂਟ them। BSF ਤੋਂ ਸਵਾਲ ਕਰੋ ਹੁਣ। ਲਾਸਟ ਸਵਾਲ ਹੈ ਜੀ, ਜਿਸ ਤਰ੍ਹਾਂ ਕਿ ਉਹ ਨਹੀਂ, ਇਹਦੇ 'ਚ ਆਈ ਐਮ ਨਾਟ ਕੰਪੀਟੈਂਟ ਟੂ ਰਿਪਲਾਈ। ਜਦੋਂ ਤੁਸੀਂ ਇੱਥੇ ਸੀਗੇ ਉਦੋਂ ਇੱਕ ਬਲਾਸਟ ਹੋਇਆ ਸੀ ਪਾਕਿਸਤਾਨ, ਉਸ ਤੋਂ ਬਾਅਦ ਬਹੁਤ ਸਾਰਾ ਤੁਸੀਂ not- ਦੇਖਿਆ ਸੀਗਾ, ਲੇਕਿਨ ਚਾਈਨਾ ਦੇ ਨਾਲ ਜੋ ਹਾਲਾਤ ਹੋਏ ਨੇ ਇਸ ਵਾਰ ਹੁਣ ਦੱਸੋ, ਮੇਰੇ ਤੋਂ ਚਾਈਨਾ ਪੁੱਛੀ ਜਾਂਦੇ ਤੁਸੀਂ ਇੱਕ ਮਿੰਟ ਯਾਰ, ਹਾਂਜੀ ਠੀਕ ਹੈ। ਹੁਣ ਵਕਫ ਰੈਫਰੈਂਸ ਦੱਸ ਕੇ ਅੱਜ ਕਿੱਥੇ ਪ੍ਰੋਗਰਾਮ ਕੀਤਾ ਗਿਆ, ਕੀ ਕੀਤਾ ਗਿਆ, ਕੀ ਮਜਬੂਰ ਸੀ? ਮੇਰਾ ਨਾਮ ਰਕੇਸ਼ ਸ਼ਰਮਾ ਜੀ। ਇਹ ਤੇ ਚਲੋ ਬਾਈ ਚਾਂਸ ਜਿਹੜੇ ਲੋਕ ਵਕਫ ਬੋਰਡ ਤੋਂ ਵਕਫ ਬੋਰਡ ਤੋਂ ਪੀੜਿਤ ਕਹਿ ਲਓ, ਜਿਨ੍ਹਾਂ ਨੂੰ ਥੋੜੇ ਦਿਨ ਪਹਿਲਾਂ ਸਮੱਸਿਆ ਆਈ ਸੀ, ਤੇ ਵਿਰਸਾ ਸੰਭਾਲ ਮੋਰਚੇ ਵੱਲੋਂ ਜਿਹੜਾ ਆਲ ਇੰਡੀਆ ਲੈਵਲ ਤੇ ਆ, ਸਾਡੇ ਪੰਜਾਬ 'ਚ ਵਿਆਸ ਜੀ ਪ੍ਰਧਾਨ ਆ, ਤੇ ਮੈਨੂੰ ਅੰਮ੍ਰਿਤਸਰ ਦੀ ਉਹਨਾਂ ਨੇ 3-4 ਦਿਨ ਪਹਿਲਾਂ ਹੀ ਅਸੀਂ ਇੱਥੇ ਇਸ ਸੰਗਠਨ ਖੜਾ ਕੀਤਾ, ਜਿਹਦਾ ਅਸੀਂ ਨਾਂ ਵਕਫ ਬੋਰਡ
वक्फ बोर्ड ही रखा ना, से पीड़ित वक्फ बोर्ड से पीड़ित लोगों को बचाया, परसों ही बनाया। बाई चांस ही कल कुछ एरिया के लोगों को हाल बाजार के चुबार रोड के एरिया में मैसेज आया कि वक्फ बोर्ड के कुछ ऑफिसर ਅੰਮ੍ਰਿਤਸਰ आ रहे। यही क्या वो यही चलने थोड़े नाल यही इत्थे आए, पर इत्थे आके वेख्या फरूकी साहब सी ADG साहब, परमपाल जी ਜਿਹੜੇ ਸਾਡੇ ਇੱਥੇ ਸ਼ਹਿਰ DCP ਵੀ ਰਹਿ ਚੁੱਕੇ ਆ, SSP ਦਿਹਾਤੀ ਵੀ ਰਹਿ ਚੁੱਕਿਆ ਹੈ। ਵਕਫ ਬੋਰਡ 'ਚ ਵੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਸੌਂਪੀ ਗਈ ਹੈ। ਥੋੜੇ ਦਿਨ ਪਹਿਲਾਂ ਇਹ ਮੋਰਚਾ ਬਣਾਉਣ ਦਾ ਮਤਲਬ ਇਹ ਸੀ ਕਿ ਜਿਸ ਤਰ੍ਹਾਂ ਜਲੰਧਰ ਲੋਕਾਂ ਨਾਲ ਹੋਇਆ, ਤੁਹਾਨੂੰ ਪਤਾ ਲੋਕ ਬੜੇ ਦੁਖੀ ਆ, ਪਰ ਇਹ ਅਫਸਰ ਬੜੇ ਵਧੀਆ ਸੋਚ ਕੇ ਤੇ ਇਹੀ ਆਇਆ ਕਿ ਸ਼ਾਇਦ ਚੰਡੀਗੜ੍ਹ ਕੋਈ ਹੋਰ ਅਫਸਰ ਆ ਰਹੇ। ਉਹਨਾਂ ਨੇ ਕਿਹਾ ਜੀ ਇਹੀ ਉਹਨਾਂ ਨੂੰ ਦੋ ਹੀ ਗੱਲਾਂ ਕਹੀਆਂ ਕਿ ਦੇਖੋ ਜਿਹੜਾ ਤੇ ਭੂ ਮਾਫੀਆ ਉਹ ਭਾਵੇਂ ਜਿਸ ਮਰਜ਼ੀ ਪਾਸੇ ਦਾ ਉਹਦੇ ਖਾ ਗਏ ਮਲਾਈਆਂ, ਜਿਹੜੇ ਵਿਚਾਰੇ ਲੋਕ 30 40 50 60 ਸਾਲ ਜਿਨ੍ਹਾਂ ਦੇ ਉੱਪਰੋਂ ਤਲਵਾਰ ਲਟਕ ਰਹੀ ਆ, ਜਿਹੜਾ ਉਹਦਾ ਮਾਲਕ ਬਣ ਕੇ ਉਹਨਾਂ ਨੂੰ ਡਰਾ ਕੇ ਤੇ ਅੱਗੇ ਜਾਂਦਾ। ਹੁਣ ਇਹ ਸੰਗਠਨ ਇਸ ਕਰ ਮੋਰਚਾ ਬਣਾਇਆ ਗਿਆ ਕਿ ਬਿਲਕੁਲ ਇਹੀ ਆਮ ਪਬਲਿਕ ਨਾਲ ਕਿਸੇ ਆਜ਼ਾਦ ਕਿਸੇ ਧਰਮ ਦਾ ਹਿੱਸਾ ਨਾ ਇਹੀ ਧੱਕਾ ਨਹੀਂ ਹੋਣ ਦੇਣਾ। 1 ਇੰਚ ਜ਼ਮੀਨ ਇਹੀ ਕਿਸੇ ਨੂੰ ਨਜਾਇਜ਼ ਇੱਥੋਂ ਲੈਣ ਨਹੀਂ ਦੇਣੀ, ਨਾ ਕਿਰਾਏ ਇਕੱਠੇ ਕਰਨ ਦੇਣੇ। ਇਹਦੇ ਵਿੱਚ ਸਾਨੂੰ ਕੋਰਟ 'ਚ ਜਾਣਾ ਪਿਆ, ਕੋਰਟ 'ਚ ਵੀ ਜਾਵਾਂ ਲੀਗਲੀ, ਇਹ ਨਾ ਕਰਨੀ, ਇਹੀ ਕੋਈ ਬਦਮਾਸ਼ੀ ਨਹੀਂ ਕਰਨੀ। ਹੱਥ ਜੋੜ ਕੇ ਕਹਿੰਦੇ ਆ ਕਾਨੂੰਨੀ, ਜੇ ਇਹ ਲੋਕ ਆਉਂਦੇ ਆ ਕਹਿੰਦੇ ਆਪਣੀ ਮਾਲਕੀ ਦਾ ਹੋ, ਮਾਲਕੀ ਦਾ ਹੁੰਦਾ ਕੋਈ ਨਹੀਂ। ਤੇ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਆਪੇ ਰਜਿਸਟਰੀਆਂ ਕਰਕੇ ਕਰੋੜਾਂ ਦੇ ਦੇ ਲਾਕੇ ਵੇਚ ਕੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਤੇ ਅਜੇ ਵਿਚਾਰੇ ਕੋਈ ਰੋਟੀ ਖਾ ਰਿਹਾ, ਕੋਈ 2 ਬੱਚੇ ਪਾਲ ਰਿਹਾ, ਉਹ ਬਲੈਕਮੇਲ ਹੁੰਦੇ ਆ। ਅਸੀਂ ਮੀਡੀਆ ਦਾ ਵੀ ਸਾਥ ਚਾਹੁੰਦੇ ਆ, ਆਮ ਪਬਲਿਕ ਦਾ ਵੀ। ਅਸੀਂ ਤੁਹਾਨੂੰ ਸ਼ੋਰ ਕਰਨੇ ਆ ਕਿ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਉੱਥੋਂ ਤੱਕ ਅਸੀਂ ਜਾ ਕੇ ਦੇਖੋ। ਇਸ ਤਰ੍ਹਾਂ ਹਰਿਆਣੇ 'ਚ ਹੋਇਆ ਜਿੰਦਲ ਗਰੁੱਪ ਨਾਲ, ਉੱਥੇ ਵੀ ਇਹਨਾਂ ਨੇ ਧੱਕਾ ਕੀਤਾ। ਐਂਡ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ, ਉਹਨਾਂ ਨੇ ਕਿਹਾ ਸਾਨੂੰ ਇਹਦਾ ਦੱਸੋ ਕੌਣ ਮਾਲਕ ਆ, ਕਾਗਜ਼ ਤੇ ਕਿਸੇ ਕੋ ਹੈਗੇ ਨਹੀਂ। ਇਹ ਸਿਰਫ ਲੋਕਾਂ ਨਾਲ ਧੱਕਾ। ਇਹ ਲੋਕ ਜਿਹੜੀ ਵਕਫ ਬੋਰਡ ਆ ਰਹੀ ਹੈ ਉਹ ਕੇਸ ਲੱਗੇ ਤੋਂ ਬਗੈਰ ਆ ਰਹੀ ਹੈ, ਕੇਸ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਪਿਕ ਐਂਡ ਚੂਸ ਆ। ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਨਾ, ਉਹਦੇ 'ਚ ਹੀ ਸਾਰਾ ਕੁਝ ਆ ਗਿਆ ਕਿ ਉਹ ਕਹਿੰਦੇ ਨਾ ਹਮੇਸ਼ਾ ਹੀ ਮਾਰਾ ਦੱਬਿਆ ਜਾਂਦਾ, ਉਹ ਅਸੀਂ ਨਹੀਂ ਦੱਬਣ ਦੇਣਾ। ਇਹੀ ਪਹਿਲਾਂ ਮਾਲਕੀਆਂ ਦਿਖਾਓ। ਇੱਕ ਹੱਕ ਤੇ ਬੰਦਾ ਨਾ ਪਬਲਿਕ ਦਾ, ਤੁਸੀਂ ਆ ਕਹਿੰਦੇ ਹੋ ਭਾਵੇਂ ਜਿਹੜੀ ਮਰਜ਼ੀ ਸੰਸਥਾ ਹੋਵੇ, ਤੁਸੀਂ ਆ ਕਹਿੰਦੇ ਹੋ ਕਿਰਾਇਆ ਦਿਓ, ਮਾਲਕੀ ਤਾਂ ਹੋਗੇ ਤੇ ਲੋਗੇ ਨਾ, ਧੱਕਾ ਥੋੜੀ ਕਰੋਗੇ ਕਿਸੇ ਨਾਲ। ਇਹ ਲੋਕਾਂ ਨਾਲ ਬਸ ਧੱਕਾ ਹੀ ਹੋ ਰਿਹਾ। ਨਹੀਂ ਫਰੂਕੀ ਸਾਹਿਬ ਨੇ ਤੁਹਾਨੂੰ ਕੀ ਵਿਸ਼ਵਾਸ? ਉਹਨਾਂ ਨੇ ਬਿਲਕੁਲ ਕਿਹਾ, ਕਹਿੰਦੇ ਤੁਹਾਡੀ ਗੱਲ ਠੀਕ ਆ, ਇਹ ਸਮਾਂ ਮੰਗਿਆ, ਕਹਿੰਦੇ ਇਹੀ ਵਿੱਚ ਕਹਿੰਦੇ ਥੋੜੇ ਦਿਨ ਤੋਂ ਕਹਿੰਦੇ ਮੈਨੂੰ ਤੇ ਹੁਣ ਜ਼ਿੰਮੇਵਾਰੀ ਮਿਲੀ, ਪੁਰਾਣੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ ਹੋਣਾ। ਇਹ ਗੱਲ ਬਿਲਕੁਲ ਠੀਕ ਆ, ਉਹ ਵੀ ਦੇਖ ਲੈਂਦੇ ਆ। ਅਸੀਂ ਵੀ ਆਪਣੀ ਸੰਸਥਾ ਲੋ ਉਹਨਾਂ ਨੂੰ ਆਪਣਾ ਸਾਰਾ ਤਿਆਰ ਕਰਕੇ ਕੇਸ ਦੇਵਾਂਗੇ। ਹਾਂ, ਉਹ ਨਵੀਂ ਸਰਕਾਰ ਵੱਲੋਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ, ਨਾਲ ਆਪਣੇ ਪਰਮਪਾਲ ਜੀ ਨੂੰ ਮਿਲੀ। ਦੇਖੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ, ਆਫੀਸਰ ਉਹਨਾਂ ਨੇ ਨਿਭਾਉਣੀ ਆ। ਸਾਡਾ ਜੋ ਦਰਦ ਆ ਉਹਨਾਂ ਨੂੰ ਵੀ ਦੱਸਤਾ। ਉਹਨਾਂ ਨੇ ਕਿਹਾ ਸਾਨੂੰ ਪੁਰਾਣੀਆਂ ਗੱਲਾਂ ਦਾ ਪਤਾ ਨਹੀਂ, ਗੱਲ ਵੀ ਠੀਕ ਆ, ਪਹਿਲੋਂ ਕੀ ਸੀ ਕੀ ਹੋਇਆ, ਉਹਨਾਂ ਨੂੰ ਜੋ ਆਪਣੀ ਪੀੜਾ ਉਹੀ ਦੱਸਦੀ ਆ। ਕੁਛ ਜਿਹੜੇ ਪੀੜਿਤ ਲੋਕ ਆ ਉਹਨਾਂ ਨੇ ਉਹਨਾਂ ਕੋਲ ਟਾਈਮ ਵੀ ਮੰਗਿਆ ਕਿ ਅਸੀਂ ਤੁਹਾਡੇ ਕੋਲ ਇਕੱਲਿਆਂ ਬਹਿ ਕੇ ਆਪਣੀ ਸਾਰੀ ਤੁਹਾਨੂੰ ਦੁੱਖ ਦਰਦ ਸੁਣਾਵਾਂਗੇ। ਆਫੀਸਰ ਦੋਵੇਂ ਬਹੁਤ ਵਧੀਆ, ਉਹਨਾਂ ਨੇ ਬੜਾ ਸਾਫ਼ ਸਪਸ਼ਟ ਕਿਹਾ ਕਿ ਸਾਡੇ ਹੁੰਦਿਆਂ ਧੱਕਾ ਨਹੀਂ ਹੋਏਗਾ।